ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਪਹੁੰਚੇ ਹੋਏ ਨੇ। ਬੇਅਦਬੀ ਦੇ ਮੁੱਦੇ ਨੂੰ ਲੈ ਕੇ ਸਰਕਾਰ ਨੂੰ ਘੇਰਦੇ ਨਜ਼ਰ ਆਏ। ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਬਿਕਰਮ ਮਜੀਠੀਆ ਦੇ ਉੱਤੇ ਦਰਜ ਕੀਤੀ ਗਈ FIR ਦੇ ਉੱਤੇ ਵੀ ਸਵਾਲ ਚੁੱਕੇ ਗਏ ਨੇ ਤੇ ਬਦਲਾਖੋਰੀ ਦੀ ਸਿਆਸਤ ਦਾ ਇੱਕ ਵਾਰ ਮੁੜ ਤੋਂ ਇਲਜ਼ਾਮ ਲਗਾਇਆ ਗਿਆ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ। ਨਿਊਜ਼ 18 ਦੇ ਉੱਤੇ FIR ਦੀ ਐਕਸਕਲੂਸਿਵ ਕਾਪੀ ਹੈ। ਇਸ ਸਮੇਂ ਪੰਜਾਬ ਦੀ ਸਿਆਸਤ ਦੇ ਵਿੱਚ ਬਿਕਰਮ ਮਜੀਠੀਆ ਦੇ ਖਿਲਾਫ ਹੋਏ ਮੁਕੱਦਮੇ ਦੇ ਉੱਤੇ ਜ਼ਬਰਦਸਤ ਬਵਾਲ ਮਚਦਾ ਹੋਇਆ ਨਜ਼ਰ ਆ ਰਿਹਾ ਹੈ। FIR ਦੀ ਕਾਪੀ ਤੁਹਾਨੂੰ ਦਿਖਾ ਰਹੇ ਹਾਂ ਕਿਹੜੀਆਂ ਧਾਰਾਵਾਂ NDPS ਐਕਟ ਉਸ ਦੇ ਅਧੀਨ ਜਿਹੜੀਆਂ ਧਾਰਾਵਾਂ ਲਗਾਈਆਂ ਗਈਆਂ ਨੇ ਉਹ ਇਸ FIR ਦੇ ਵਿੱਚ ਨਜ਼ਰ ਆ ਰਹੀਆਂ ਨੇ। ਬਿਕਰਮ ਮਜੀਠੀਆ ਦੇ ਖਿਲਾਫ ਬਾਈ ਨੇਮ ਪਰਚਾ NDPS ਐਕਟ ਦੇ ਤਹਿਤ ਡਰੱਗਸ ਮਾਮਲੇ ਦੇ ਵਿੱਚ ਹਰਪ੍ਰੀਤ ਸਿੱਧੂ ਦੀ ਰਿਪੋਰਟ ਦੇ ਆਧਾਰ ਦੇ ਉੱਤੇ, ਜਿਸ ਰਿਪੋਰਟ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਪਿਛਲੇ ਕਈ ਦਿਨਾਂ ਤੋਂ ਜਾਂ ਕਹੀਏ ਕਿ ਕਈ ਮਹੀਨਿਆਂ ਜਾਂ ਸਾਲਾਂ ਤੋਂ ਸਵਾਲ ਚੁੱਕ ਰਹੇ ਨੇ, ਉਸ ਰਿਪੋਰਟ ਨੂੰ ਆਧਾਰ ਬਣਾ ਕੇ ਇਹ FIR ਦਰਜ ਕੀਤੀ ਗਈ ਹੈ। ਮੋਹਾਲੀ ਦੇ ਥਾਣੇ ਦੇ ਵਿੱਚ ਦਰਜ ਹੋਇਆ ਹੈ। ਪੂਰਾ ਮਾਮਲਾ NDPS ਐਕਟ ਦੇ ਤਹਿਤ ਤੇ ਨਾਲ ਹੀ ਸੂਬੇ ਦੇ ਗ੍ਰਹਿ ਮੰਤਰੀ ਇਹ ਦਾਅਵਾ ਕਰਕੇ ਗਏ ਨੇ ਕਿ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਕਰਾਂਗੇ, ਜਾਂਚ ਵੀ ਹੋਏਗੀ ਪੂਰੇ ਮਾਮਲੇ ਦੇ ਵਿੱਚ। ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਬਦਲਾਖੋਰੀ ਦੀ ਸਿਆਸਤ ਦੇ ਇਲਜ਼ਾਮ ਲਗਾਏ ਗਏ ਨੇ ਸਰਕਾਰ ਦੇ ਉੱਤੇ ਤੇ ਇਲਜ਼ਾਮ ਨੇ ਕਿ ਪਿਛਲੇ ਕਈ ਦਿਨਾਂ ਤੋਂ 6-6 7-7 ਘੰਟੇ ਬੈਠਕਾਂ ਕਰਕੇ ਇਹੀ ਪਲੈਨਿੰਗ ਤਿਆਰ ਕੀਤੀ ਜਾ ਰਹੀ ਹੈ ਕਿ ਆਖਿਰ ਕਿਸ ਤਰੀਕੇ ਨਾਲ ਕਾਰਵਾਈ ਕੀਤੀ ਜਾਵੇ, ਕਿਸ ਤਰੀਕੇ ਨਾਲ ਫਸਾਇਆ ਜਾਵੇ। ਇਹ ਇਲਜ਼ਾਮ ਲਗਾ ਰਹੇ ਨੇ ਸੁਖਬੀਰ ਸਿੰਘ ਬਾਦਲ। ਤਾਂ ਨਿਊਜ਼ 18 ਦੇ ਉੱਤੇ FIR ਦੀ ਐਕਸਕਲੂਸਿਵ ਕਾਪੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਥੋੜੇ ਛੋਟੇ ਸ਼ਬਦ ਤੁਹਾਨੂੰ ਬੇਸ਼ੱਕ ਹੁੰਦੇ ਨਜ਼ਰ ਆਉਂਦੇ ਹੋਣ, ਪਰ ਤੁਹਾਨੂੰ ਨਾਮ ਜ਼ਰੂਰ ਨਜ਼ਰ ਆਉਣਗੇ ਕਿ ਕਿਸ ਦੇ ਖਿਲਾਫ ਇਹ ਪਰਚਾ ਦਰਜ ਕੀਤਾ ਗਿਆ ਹੈ। FIR ਦਰਜ ਕੀਤੀ ਗਈ ਹੈ ਬਿਕਰਮ ਮਜੀਠੀਆ ਦੇ ਖਿਲਾਫ। ਨਿਊਜ਼ 18 ਦੇ ਉੱਤੇ ਐਕਸਕਲੂਸਿਵ ਕਾਪੀ ਹੈ। ਹਮੇਸ਼ਾ ਦੀ ਤਰ੍ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਿਲਕੁਲ ਆਥੈਂਟਿਕ ਜਾਣਕਾਰੀ, ਸਹੀ ਸਟੀਕ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਈਏ। NDPS ਐਕਟ ਲਗਾਇਆ ਗਿਆ ਹੈ। NDPS ਐਕਟ ਦੀ ਧਾਰਾ 25, 27A ਤੇ 29 ਤਿੰਨੇ ਧਾਰਾਵਾਂ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ। ਥੋੜਾ ਜਿਹਾ ਗੌਰ ਨਾਲ ਤੁਹਾਨੂੰ ਇਸ FIR ਦੀ ਕਾਪੀ ਨੂੰ ਜ਼ਰੂਰ ਦੇਖਣਾ ਹੋਵੇਗਾ ਜਿਹੜੀਆਂ ਧਾਰਾਵਾਂ ਲਗਾਈਆਂ ਗਈਆਂ ਨੇ। ਇਹ ਵੀ ਤੁਹਾਨੂੰ ਦੱਸ ਦਈਏ ਕਿ ਇਸ ਧਾਰਾਵਾਂ ਦੇ ਤਹਿਤ 10 ਸਾਲ ਤੱਕ ਦੀ ਕੈਦ ਹੋ ਸਕਦੀ ਹੈ, 2 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ, ਜਾਂ ਜੋ ਕਾਨੂੰਨ ਹੁੰਦਾ ਹੈ ਦੋਵੇਂ ਚੀਜ਼ਾਂ ਵੀ ਹੋ ਸਕਦੀਆਂ ਨੇ। ਉਹ ਅਦਾਲਤ ਕੀ ਡਿਸਾਈਡ ਕਰਦੀ ਹੈ ਉਸ ਦੇ ਉੱਤੇ ਉਹ ਨਿਰਭਰ ਕਰਦਾ ਹੈ। ਤੇ ਦੂਜੇ ਪਾਸੇ NDPS ਐਕਟ ਨੂੰ ਲੈ ਕੇ ਵੀ ਬਹੁਤ ਕਲੀਅਰ ਹੈ ਕਿ NDPS ਐਕਟ ਜਦੋਂ ਕਿਸੇ FIR ਦੇ ਵਿੱਚ ਲੱਗ ਗਿਆ, ਜੋੜ ਦਿੱਤਾ ਗਿਆ, NDPS ਐਕਟ ਦੇ ਤਹਿਤ ਕੋਈ ਮਾਮਲਾ ਦਰਜ ਕੀਤਾ ਗਿਆ, ਤਾਂ ਫਿਰ ਉਸ ਤੋਂ ਬਾਅਦ ਕੋਈ ਗ੍ਰਿਫਤਾਰੀ ਦੇ ਲਈ ਵਾਰੰਟ ਦੀ ਜ਼ਰੂਰਤ ਨਹੀਂ ਹੁੰਦੀ। ਡਾਇਰੈਕਟਲੀ NDPS ਐਕਟ ਦੇ ਤਹਿਤ ਜਿਸ ਮੁਲਜ਼ਮ ਦੇ ਉੱਤੇ NDPS ਐਕਟ ਲੱਗਿਆ ਉਸ ਦੀ ਗ੍ਰਿਫਤਾਰੀ ਇਨਵੈਸਟੀਗੇਸ਼ਨ ਏਜੰਸੀ ਦੇ ਵੱਲੋਂ ਕੀਤੀ ਜਾ ਸਕਦੀ ਹੈ। BOI ਬਿਊਰੋ ਆਫ ਇਨਵੈਸਟੀਗੇਸ਼ਨ ਦੇ ਵੱਲੋਂ ਇਹ ਐਕਸ਼ਨ ਕੀਤਾ ਗਿਆ। ਖਾਸ ਇਹ ਵੀ ਹੈ ਕਿ BOI ਨੂੰ ਲੈ ਕੇ ਹੀ ਪਿਛਲੇ ਕੁਝ ਦਿਨਾਂ ਤੋਂ ਬਵਾਲ ਸੀ। SK ਅਸਥਾਨਾ ਨੂੰ BOI ਦਾ ਹੀ ਡਾਇਰੈਕਟਰ ਲਗਾਇਆ ਗਿਆ ਸੀ, ਪਰ ਉਹ ਬਿਮਾਰ ਚੱਲ ਰਹੇ ਨੇ, ਹਸਪਤਾਲ ਦੇ ਵਿੱਚ ਵੀ ਉਹਨਾਂ ਨੂੰ ਭਰਤੀ ਕਰਵਾਉਣਾ ਪਿਆ ਸੀ। ਤੇ ਇਸ ਕਾਪੀ ਦੇ ਵਿੱਚ ਕੀ ਕੁਝ ਖਾਸ ਹੈ, ਅਸੀਂ ਹੋਰ ਤਫਸੀਲ ਦੇ ਨਾਲ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ। ਸਿੱਧਾ ਰੁਕ ਕਰਦੇ ਹਾਂ। ਇਸ ਸਮੇਂ ਸਾਡੇ ਸਹਿਯੋਗੀ ਸਾਡੇ ਨਾਲ ਜੁੜ ਰਹੇ ਨੇ ਉਮੇਸ਼ ਸ਼ਰਮਾ, ਉਹਨਾਂ ਦਾ ਰੁਕ ਕਰਦੇ ਹਾਂ। ਉਮੇਸ਼, ਕੀ ਕੁਝ ਤੁਹਾਡੇ ਕੋਲ ਜਾਣਕਾਰੀ ਇਸ FIR ਦੀ ਕਾਪੀ ਨੂੰ ਲੈ ਕੇ ਜ਼ਰਾ ਤਫਸੀਲ ਦੇ ਨਾਲ ਦੱਸੋ। FIR ਦੀ ਕਾਪੀ ਦੇ ਵਿੱਚ ਕੀ ਕੁਝ ਜਿਹੜਾ ਉਹ ਦਰਜ ਕੀਤਾ ਗਿਆ ਹੈ? देखो, सब तो पहले दस दें कि जी मजीठिया बिक्रम मजीठिया के खिलाफ FIR दर्ज की गई है। 49 पेजेस ने धारा थानू दस्या जिदा पहले सब तो पहले दस्या सी न्यूज़ 18 है, और साफ ये बिट्टू चहल औलख इन सारा के नाँ है। तो हरप्रीत सिद्धू की जी स्टेटमेंट है, फाइंडिंग्स ने उन्होंने जिक्र है कि प्राइमा फेशिया जी सफिशेंट एविडेंस ने यह साफ वर्डिंग है। और सीनियर एडवोकेट नवकिरत सिंह होरां दा भी जिक्र है कि जिस हिसाब नाल लगातार इस केस नूं भी चकते रहे ने। और फाइंडिंग्स की जो आपां गल करिए कि सफिशेंट एविडेंस इसदा मतलब होंदा है कि जिहड़ी FIR जिस सैक्शन दे NDPS एक्ट के अगेंस्ट कीते गए हैं, जिहड़े सैक्शन ने 25, 27 से 29, क्योंकि एक प्रोसीजर होंदा NDPS एक्ट का वक्रो, लेकिन जे मैं पढ़ के सुनावां कि जिहड़ा लिखिया गया है कि सफिशेंट एविडेंस ने बिक्रमजीत सिंह मजीठिया के अगेंस्ट प्राइमा फेशिया जिहड़े एविडेंस ने वो बड़े ने। सिंस ए नंबर ऑफ केसेस हैव बीन रजिस्टर्ड इन वेरियस डिस्ट्रिक्ट इन appropriate get the present cases registered। तो काफ़ी जो केसेस दर्ज किए गए, लेकिन बिट्टू औलख चहल इन्हों के जोड़े स्टेटमेंट्स ने वो एक जरिया बने ने इस FIR का। नवकिरत सिंह सीनियर एडवोकेट भी साढ़े नाल ने। नवकिरत सर, बिक्रम सिंह मजीठिया के खिलाफ FIR हुई है, पूरा केस थोड़े सामने दसन की जरूरत नहीं। FIR भी तुसीं चाहे पढ़ ली होनी, पॉइंट्स ने हरप्रीत सिद्धू होना की रिपोर्ट के बेस पर साफ लिखा गया कि सफिशेंट एविडेंट ने फर्दर इन्वेस्टिगेशन ली। मैं हले FIR नहीं पढ़ी, तुहाडे तो सुन रहा भी FIR रिलीज़ हो गई है, लेकिन यह तो नैचुरली सीगा भी सारा जिहड़ा हैगा साडी जिहड़ी एप्लीकेशन सीगी लॉयर्स फॉर ह्यूमन राइट्स वालों, जिहदे विच असीं चहल दे बयान लगाए भी उहदे विच नाम आया बिक्रमजीत सिंह मजीठीए दा,
ਤੇ ਹਾਈ ਕੋਰਟ ਨੇ ਐਸਟੀਐਫ ਨੂੰ ਕਿਹਾ ਵੀ ਤੁਸੀਂ ਇਨਕੁਆਇਰ ਕਰੋ ਤੇ ਉਸ ਇਨਕੁਆਇਰੀ ਦੇ ਬੇਸ ਤੇ ਪੰਜਾਬ ਸਰਕਾਰ ਨੇ ਰਿਪੋਰਟ ਦਿੱਤੀ। ਸੋ ਸਾਰਾ ਹਵਾਲਾ ਤਾਂ ਉਹਦੇ ਚ ਆਣਾ ਹੀ ਸੀਗਾ। ਜੋ ਬਿਆਨ ਉਹੀ ਲਿਖਿਆ ਰਿਪੋਰਟ ਮੈਂ ਪੜ੍ਹ ਰਿਹਾ ਸੀ ਬਿਆਨ ਨੇ। ਹਾਂ, ਸੋ ਉਹ ਜਿਹੜੇ ਬਿਆਨ ਜਿਹੜੇ ਅਸੀਂ ਪ੍ਰੋਡਿਊਸ ਕੀਤੇ ਸੀ ਹਾਈ ਕੋਰਟ ਦੇ ਵਿੱਚ, ਜਿਹਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਆ ਰਿਹਾ ਸੀ ਵੀ ਉਹਦੀ ਗੱਡੀਆਂ ਵਿੱਚ ਉਹ ਲੋਕ ਘੁੰਮਦੇ ਰਹੇ ਜਿਹੜੇ ਡਰੱਗ ਡੀਲਰ ਸੀਗੇ, ਉਹ ਸਾਰੇ ਦੀ ਤਫਤੀਸ਼ ਜਿਹੜੀ ਹੈਗੀ ਹੈ ਹੁਣ ਹੋਏਗੀ, ਅੱਗੇ ਗੱਲ ਚੱਲੇਗੀ। ਬਿਲਕੁਲ, ਤਾਂ ਜਿੱਦਾਂ ਨਵਕਿਰਨ ਸਿੰਘ ਉਹਨਾਂ ਨੇ ਦੱਸਿਆ ਕਿ ਜਿਹੜੇ ਅਸੀਂ ਬਿਆਨ ਲਗਾਏ ਸੀਗੇ ਉਹੀ ਜਿਹਦੇ ਐਫਆਈਆਰ ਵਿੱਚ ਵੀ ਉਹੀ ਜ਼ਿਕਰ ਕੀਤਾ ਗਿਆ ਹਰਪ੍ਰੀਤ ਸਿੱਧੂ ਉਹਨਾਂ ਦੀ ਰਿਪੋਰਟ ਵਿੱਚ ਕਿ ਸਫੀਸ਼ੀਐਂਟ ਐਵੀਡੈਂਸ ਪ੍ਰਾਈਮਾ ਫੇਸ਼ੀਆ ਜਿਹੜੇ ਐਵੀਡੈਂਸ ਨੇ ਉਹ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਬਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਹੋਣੀ ਚਾਹੀਦੀ ਹੈ। ਤੇ ਐਫਆਈਆਰ 49 ਪੇਜਾਂ ਦੀ ਹੈ ਗੌਰਵ, ਤੇ ਕਾਫੀ ਕੁਝ ਉਹਦੇ ਵਿੱਚ ਸਟੇਟਮੈਂਟ ਬਹੁਤ ਇੰਪੋਰਟੈਂਟ ਕਿਹੜੀ ਬਿੱਟੂ ਚਹਿਲ ਜਗਜੀਤ ਇਹਨਾਂ ਦੀ ਸਾਰਿਆਂ ਦੀ ਸਟੇਟਮੈਂਟਸ ਨੇ ਕਿ ਕਿੱਦਾਂ ਮਨੀ ਦਾ ਯੂਜ਼ ਹੁੰਦੀ ਰਹੀ, ਸੈਂਡ ਮਾਈਨਿੰਗ ਤੋਂ ਪੈਸਾ ਆਉਂਦਾ ਰਿਹਾ ਬਿਕਰਮ ਮਜੀਠੀਆ ਦੇ ਕੋਲ। ਇਹ ਉਹਦੇ ਵਿੱਚ ਕਿਹਾ ਗਿਆ ਐਫਆਈਆਰ ਵਿੱਚ ਇਹ ਐਲੀਗੇਸ਼ਨ ਨੇ ਕਿ ਸੈਂਡ ਮਾਈਨਿੰਗ ਦਾ ਮਾਫੀਆ ਆਉਂਦਾ ਰਿਹਾ, ਫਿਰ ਉਹ ਡਰੱਗਸ ਮਨੀ ਦਾ ਮਾਫੀਆ ਉਹਨਾਂ ਨੇ ਚਲਾਇਆ। ਕਾਫੀ ਸੀਰੀਅਸ ਐਲੀਗੇਸ਼ਨ ਲਾ ਕੇ ਇਹ ਪੂਰੀ ਐਫਆਈਆਰ ਤਿਆਰ ਕੀਤੀ ਗਈ ਹੈ। ਓਵਰ ਟੂ ਯੂ ਗੌਰਵ। ਬਿਲਕੁਲ, ਤਾਂ ਇੱਕ ਵੱਡੀ ਖਬਰ ਇਸ ਸਮੇਂ ਦੇ ਰਹੇ ਹਾਂ ਕਿ ਜਿਹੜਾ ਪਰਚਾ ਦਰਜ ਕੀਤਾ ਗਿਆ 49 ਪੇਜਿਸ ਦਾ ਪਰਚਾ ਦਰਜ ਕੀਤਾ ਗਿਆ। ਐਫਆਈਆਰ 49 ਪੇਜਿਸ ਦੀ ਹੈ। ਐਫਆਈਆਰ ਦੀ ਐਕਸਕਲੂਸਿਵ ਕਾਪੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਜਿਸ ਦੇ ਵਿੱਚ ਬਿਕਰਮ ਮਜੀਠੀਆ ਦੇ ਖਿਲਾਫ ਬਾਈ ਨੇਮ ਪਰਚਾ ਹੋਇਆ। ਬਿਕਰਮ ਸਿੰਘ ਮਜੀਠੀਆ, ਫਾਦਰ ਨੇਮ ਸਤਿਆ ਅਜੀਤ ਸਿੰਘ, ਤੇ ਉਸ ਤੋਂ ਬਾਅਦ ਉਹਨਾਂ ਦਾ ਐਡਰੈਸ ਵੀ ਬਕਾਇਦਾ ਲਿਖਿਆ ਗਿਆ, ਉਹ ਵੀ ਕਾਪੀ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ। ਜਿਹੜਾ ਐਨਡੀਪੀਐਸ ਐਕਟ ਦੇ ਤਹਿਤ ਅੰਮ੍ਰਿਤਸਰ ਵਾਲਾ ਜਿਹੜਾ ਉਹਨਾਂ ਦਾ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੇ ਅਧੀਨ ਜਿਹੜਾ ਹੁੰਦਾ ਉੱਥੇ ਦਾ ਇਹ ਪੂਰਾ ਐਡਰੈਸ ਵੀ ਲਿਖਿਆ ਗਿਆ। ਖੈਰ, ਜਿਹੜੀਆਂ ਧਾਰਾਵਾਂ ਲਗਾਈਆਂ ਗਈਆਂ ਨੇ ਇੱਕ ਇੱਕ ਕਰਕੇ ਉਹ ਵੀ ਤੁਹਾਨੂੰ ਦੱਸ ਰਹੇ ਹਾਂ। ਧਾਰਾ 25 ਐਨਡੀਪੀਐਸ ਐਕਟ ਲੱਗ ਗਿਆ। ਐਨਡੀਪੀਐਸ ਐਕਟ ਦੀਆਂ ਜਿਹੜੀਆਂ ਵੱਖ-ਵੱਖ ਧਾਰਾਵਾਂ ਹੁੰਦੀਆਂ ਨੇ ਉਹ ਇਸ ਦੇ ਵਿੱਚ ਐਡ ਕੀਤੀਆਂ ਗਈਆਂ ਨੇ। ਤੁਹਾਨੂੰ ਹੋਰ ਡਿਟੇਲ ਦਵਾਂਗਾ, ਸਮਝਣ ਦੇ ਵਿੱਚ ਆਸਾਨੀ ਹੋਏਗੀ ਕਿ ਆਖਿਰ ਕੀ ਕੁਝ ਪਰਚੇ ਦੇ ਵਿੱਚ ਲਿਖਿਆ ਗਿਆ ਹੈ ਤੇ ਇਸ ਦਾ ਮਤਲਬ ਕੀ ਹੈ। ਤਾਂ ਨਿਊਜ਼ 18 ਦੀ ਐਫਆਈਆਰ, ਨਿਊਜ਼ 18 ਦੇ ਉੱਤੇ ਐਫਆਈਆਰ ਦੀ ਐਕਸਕਲੂਸਿਵ ਕਾਪੀ ਤੁਹਾਨੂੰ ਦਿਖਾ ਰਹੇ ਹਾਂ। ਦੋ ਤਿੰਨ ਅਹਿਮ ਚੀਜ਼ਾਂ ਨੇ ਜੋ ਐਫਆਈਆਰ ਦੀ ਕਾਪੀ ਦੇ ਜ਼ਰੀਏ ਸਮਝਣ ਦੀ ਜ਼ਰੂਰਤ ਹੈ। ਪੁਆਇੰਟ ਨੰਬਰ 1, 49 ਪੇਜਿਸ ਦੀ ਐਫਆਈਆਰ ਹੈ। ਬਹੁਤ ਲੰਬੀ ਚੌੜੀ ਐਫਆਈਆਰ ਕੀਤੀ ਗਈ ਹੈ। ਐਵੇਂ ਨਹੀਂ ਹੈ ਕਿ ਕੋਈ 1-2 ਪੇਜਿਸ ਦੀ। ਆਮ ਤੌਰ ਤੇ ਜੇ ਪਰਚੇ ਅਸੀਂ ਪਿਛਲੇ ਕੁਝ ਸਮੇਂ ਦੇ ਵਿੱਚ ਦੇਖੀਏ ਤਾਂ 2-4-5 ਪੇਜਿਸ ਦੇ ਹੁੰਦੇ ਨੇ, ਪਰ ਜੋ ਉਮੇਸ਼ ਜਾਣਕਾਰੀ ਦੇ ਰਹੇ ਨੇ 49 ਪੇਜਿਸ ਦੀ ਇਹ ਪੂਰੀ ਐਫਆਈਆਰ ਦਰਜ ਕੀਤੀ ਗਈ ਹੈ। ਜਾਣਕਾਰੀ ਇਹ ਵੀ ਹੈ ਕਿ ਬਹੁਤ ਤਫਸੀਲ ਦੇ ਨਾਲ ਜਿਹੜੀਆਂ ਸਟੇਟਮੈਂਟਸ ਆਈਆਂ ਉਹਨਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਠੀਕ ਹੈ, ਅਲੱਗ-ਅਲੱਗ ਪੁਆਇੰਟਸ ਨੇ, ਉਸ ਦੇ ਉੱਤੇ ਅਸੀਂ ਚਰਚਾ ਕਰਦੇ ਰਹਾਂਗੇ। ਇੱਕ ਵਾਰ ਫਿਰ ਤੋਂ ਉਮੇਸ਼ ਸ਼ਰਮਾ ਸਾਡੇ ਸਹਿਯੋਗੀ ਸਾਡੇ ਨਾਲ ਜੁੜੇ ਹੋਏ ਨੇ ਹਾਈ ਕੋਰਟ ਤੋਂ, ਇਸ ਸਮੇਂ ਉਹਨਾਂ ਤੋਂ ਹੋਰ ਤਫਸੀਲ ਨਾਲ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਉਮੇਸ਼, ਓਵਰ ਟੂ ਯੂ। ਬਿਲਕੁਲ, ਇਹਦੇ ਵਿੱਚ ਜਿਹੜੇ ਐਫਆਈਆਰ ਵਿੱਚ ਜਿਹੜੇ ਮਨਿੰਦਰ ਸਿੰਘ ਔਲਖ ਜਿਹੜਾ ਬਿੱਟੂ ਔਲਖ ਹੈ ਉਹਦੀ ਸਟੇਟਮੈਂਟ ਦੀ ਆਪਾਂ ਗੱਲ ਕਰੀਏ, ਜਦੋਂ ਈਡੀ ਨੇ ਕੁਐਸਚਨ ਕੀਤਾ ਸੀਗਾ ਉਹਨਾਂ ਦੀ ਤਫਸੀਲ ਨਾਲ ਉਹਨਾਂ ਦੇ ਜਵਾਬ ਲਾਏ ਗਏ ਨੇ। ਔਰ ਇਹਦੇ ਵਿੱਚ ਲਿਖਿਆ ਗਿਆ ਕਿ after that I used to frequently meet Satpreet Singh and Satta who was residing in the house of Bikram Majithia। ਇਹ ਲਿਖਿਆ ਗਿਆ। ਇਹ ਜਦੋਂ ਈਡੀ ਨੇ ਕੁਐਸਚਨ ਕੀਤਾ ਸੀ ਬਿੱਟੂ ਔਲਖ ਉਹਨਾਂ ਨੂੰ, ਸਤਪ੍ਰੀਤ ਸੱਤਾ ਉਹਨਾਂ ਨੂੰ, ਔਰ ਇਹ ਵੀ ਕਿਹਾ ਗਿਆ ਯੈਸ ਆਈ ਨੋ ਬਿਕਰਮਜੀਤ ਸਿੰਘ ਮਜੀਠੀਆ। ਇਹ ਈਡੀ ਦੀ ਸਟੇਟਮੈਂਟ ਦਾ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਜਦੋਂ ਈਡੀ ਨੇ ਪੁੱਛਿਆ ਸੀਗਾ ਇਹਨਾਂ ਨੂੰ ਬਿੱਟੂ ਔਲਖ ਉਹਨਾਂ ਨੂੰ, ਤੇ ਉਹਨੇ ਕਿਹਾ ਕਿ ਯੈਸ ਆਈ